वाहे गुरु वाहे गुरु वाहे गुरु वाहे गुरु। धन गुरु अर्जन देव जी, 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 धन गुरु अर्जन देव जी। परतच्छ हृदय गुरु अर्जन के, हर पुराने ब्रह्म निवास लिया। परतच्छ हृदय गुरु अर्जन के, हर पुराने ब्रह्म निवास लिया। परतच्छ हृदय जग और नया है महात्म में, अवतारे उजागर आन किया। जग और नया है महात्म में, अवतारे उजागर आन कियो। तिनके दुख कोटिक दूर गए, मथुरा जिने अमृत नाम पियो। मथुरा जिने अमृत नाम पियो। परतच्छ हृदय गुरु अर्जन के, हर पुराने ब्रह्म निवास लिया। परतच्छ हृदय गुरु अर्जन के, हर पुराने ब्रह्म निवास लिया। परतच्छ हृदय ए पद ते चूके रे मन, भेद भेद न जान बियो। आ आ आ आ ए पद ते चूके रे मन, भेद भेद न जान बियो। परतच्छ हृदय गुरु अर्जन के, हर पुराने ब्रह्म निवास लियो। परतच्छ हृदय गुरु अर्जन के, हर पुराने ब्रह्म निवास लिया। परतच्छ हृदय गुरु अर्जन के, हर पुराने ब्रह्म निवास लिया। परतच्छ हृदय परतच्छ हृदय परतच्छ हृदय
हृदय गुरु अर्जन के हर पूर्ण ब्रह्म निवास लियो। पावन शब्द ਦੇ ਵਿਚਾਰਾਂ ਪਿਛਲੇ ਪ੍ਰੋਗਰਾਮ ਵਿੱਚ ਆਪ ਜੀ ਨਾਲ ਸਰਵਣ ਕੀਤੇ ਸਨ, ਸਰਵਣ ਕਰਾਈਆਂ ਸਨ। ਸੋ ਅੱਜ ਇਤਿਹਾਸ ਦੇ ਨਾਲ ਥੋੜਾ ਜਿਹੜੇ ਵਿਚਾਰਾਂ ਹਨ ਇਤਿਹਾਸ ਦੀਆਂ, ਉਹਦੇ ਵਿੱਚ ਅਸੀਂ ਤੁਸੀਂ ਸਾਰੇ ਥੋੜਾ ਜੁੜਨਾ ਹੈ। ਥੋੜੇ ਵਿਚਾਰਾਂ ਇਤਿਹਾਸ ਦੀ ਆਪ ਜੀ ਨਾਲ ਸਾਂਝ ਕਰਨੀਆਂ ਹਨ। ਜਿਸ ਤਰ੍ਹਾਂ ਕਿ ਆਪ ਜੀ ਨਾਲ ਪਿਛਲੇ ਵਿਚਾਰਾਂ ਵਿੱਚ ਸਾਂਝ ਪਾਈ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮਨਾ ਕਰਨੇ ਤੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੇਵਲ ਅਕਾਲ ਪੁਰਖ ਦੀ ਹੀ ਵਡਿਆਈ ਲਿਖੀ ਗਈ ਹੈ ਤੇ ਬਾਦਸ਼ਾਹ ਜਹਾਂਗੀਰ ਤੇ ਉਸ ਟਾਈਮ ਸੁਣ ਕੇ ਸ਼ਾਂਤ ਹੋ ਗਏ ਸਨ। ਪਰ ਅਹਿਮਦ ਸਰਹਿੰਦੀ ਤੇ ਸ਼ੇਖ ਬੁਖਾਰੀ ਉਹਨਾਂ ਦਾ ਕਹਿਣਾ ਸੀ ਇਹ ਤਾਂ ਬਾਦਸ਼ਾਹ ਦੀ ਤੋਹੀਨ ਹੈ ਅਤੇ ਗੁਰੂ ਜੀ ਦੀ ਗਲਾਂ ਵੱਲੋਂ ਬਗਾਵਤ ਦੀ ਬਦਬੂ ਆ ਰਹੀ ਹੈ, ਇਸ ਲਈ ਇਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਚਾਪਲੂਸਾਂ ਦੇ ਚੰਗੁਲ ਵਿੱਚ ਫਸ ਕੇ ਬਾਦਸ਼ਾਹ ਜਹਾਂਗੀਰ ਵੀ ਗੁਰੂ ਜੀ ਉੱਤੇ ਦਬਾਅ ਪਾਉਣ ਲੱਗੇ ਕਿ ਉਹਨਾਂ ਨੂੰ ਸ੍ਰੀ ਆਦ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਸਾਹਿਬ ਅਤੇ ਇਸਲਾਮ ਦੀ ਤਾਰੀਫ ਵਿੱਚ ਕੁਝ ਜ਼ਰੂਰ ਲਿਖਣਾ ਚਾਹੀਦਾ ਹੈ। ਗੁਰੂ ਜੀ ਨੇ ਇਸ ਉੱਤੇ ਅਸਮਰੱਥਾ ਦਰਸਾਉਂਦੇ ਹੋਏ ਸਪਸ਼ਟ ਮਨਾ ਹੀ ਕਰ ਦਿੱਤੀ। ਬਸ ਫਿਰ ਕੀ ਸੀ ਕਿ ਦੁਸ਼ਤਾਂ ਨੂੰ ਮੌਕਾ ਮਿਲ ਗਿਆ। ਉਹਨਾਂ ਨੇ ਬਾਦਸ਼ਾਹ ਨੂੰ ਮਜਬੂਰ ਕੀਤਾ ਕਿ ਗੁਰੂ ਅਰਜਨ ਦੇਵ ਜੀ ਬਾਗੀ ਹਨ, ਜੋ ਕਿ ਬਾਦਸ਼ਾਹ ਦੇ ਹੁਕਮ ਅਦੁਲੀ ਅਤੇ ਗੁਸਤਾਖੀ ਕਰ ਰਹੇ ਹਨ। ਉਸ ਦੀ ਛੋਟੀ ਗੱਲ ਨੂੰ ਵੀ ਸਵੀਕਾਰ ਕਰਨ ਨੂੰ ਤਿਆਰ ਨਹੀਂ ਹਨ। ਇਸ ਲਈ ਇਹਨਾਂ ਨੂੰ ਮੌਤ ਦੰਡ ਦਿੱਤਾ ਜਾਣਾ ਉਚਿਤ ਹੈ। ਇਸ ਤਰ੍ਹਾਂ ਬਾਦਸ਼ਾਹ ਨੇ ਗੁਰੂ ਜੀ ਉਤੇ 1 ਲੱਖ ਰੁਪਏ ਦੰਡ ਦਾ ਆਦੇਸ਼ ਦਿੱਤਾ ਅਤੇ ਆਪ ਉੱਥੋਂ ਵੱਲੋਂ ਪ੍ਰਸਥਾਨ ਕਰ ਸਿੰਧ ਖੇਤਰ ਵੱਲ ਚਲਾ ਗਿਆ, ਕਿਉਂਕਿ ਉਹ ਜਾਣਦਾ ਸੀ ਕਿ ਚਾਪਲੂਸਾਂ ਨੇ ਉਸ ਤੋਂ ਗਲਤ ਆਦੇਸ਼ ਦਿਲਵਾਇਆ ਹੈ। ਬਾਦਸ਼ਾਹ ਦੇ ਚਲੇ ਜਾਣ ਦੇ ਬਾਅਦ ਦੁਸ਼ਟਾਂ ਨੇ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਵੱਲੋਂ ਮੰਗ ਕੀਤੀ ਕਿ ਉਹ ਗੁਰੂ ਅਰਜਨ ਦੇਵ ਜੀ ਵੱਲੋਂ ਦੰਡ ਦੀ ਰਾਸ਼ੀ ਵਸੂਲ ਕਰੇ। ਗੁਰੂ ਜੀ ਨੇ ਦੰਡ ਦਾ ਭੁਗਤਾਨ ਕਰਨ ਵੱਲੋਂ ਸਪਸ਼ਟ ਮਨਾ ਹੀ ਕਰ ਦਿੱਤਾ, ਕਿਉਂਕਿ ਜਦੋਂ ਕੋਈ ਦੋਸ਼ ਕੀਤਾ ਹੀ ਨਹੀਂ ਤਾਂ ਦੰਡ ਕਿਉਂ ਭਰਿਆ ਜਾਵੇ। ਲਾਹੌਰ ਦੀ ਸੰਗਤ ਵਿੱਚੋਂ ਕੁਝ ਧਾਨੀ ਸਿੰਘਾਂ ਨੇ ਦੰਡ ਦੀ ਰਾਸ਼ੀ ਅਦਾ ਕਰਨੀ ਚਾਹੀ, ਪਰ ਗੁਰੂ ਜੀ ਨੇ ਸਿੱਖਾਂ ਨੂੰ ਮਨਾ ਕਰ ਦਿੱਤਾ ਅਤੇ ਕਿਹਾ ਕਿ ਸੰਗਤ ਦਾ ਪੈਸਾ ਨਿੱਜੀ ਕੰਮਾਂ ਉੱਤੇ ਪ੍ਰਯੋਗ ਕਰਨਾ ਦੋਸ਼ ਹੈ। ਆਤਮ ਸੁਰੱਖਿਆ ਅਤੇ ਵਿਅਕਤੀਗਤ ਸਵਾਰਥ ਲਈ ਸੰਗਤ ਦੇ ਪੈਸੇ ਦਾ ਦੁਰਉਪਯੋਗ ਕਰਨਾ ਉਚਿਤ ਨਹੀਂ। ਤੇ ਇਸੇ ਤਰ੍ਹਾਂ ਗੁਰੂ ਜੀ ਨੇ ਉਸੇ ਪਲ ਨਾਲ ਆਏ ਸਿੱਖ ਸੇਵਕਾਂ ਨੂੰ ਆਦੇਸ਼ ਦਿੱਤਾ ਕਿ ਉਹ ਆਦ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੇਵਾ ਸੰਭਾਲ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਪਰਤ ਜਾਓ, ਕਿਉਂਕਿ ਗੁਰੂ ਜੀ ਨੂੰ ਅਨੁਭਵ ਹੋ ਗਿਆ ਸੀ ਕਿ ਦੁਸ਼ਟ ਜੁੰਡਲੀ ਦੇ ਲੋਕ ਆਦ ਸ੍ਰੀ ਗ੍ਰੰਥ ਸਾਹਿਬ ਜੀ ਵਿੱਚੋਂ ਮਿਲਾਵਟ ਕਰਵਾ ਕੇ ਅਤੇ ਰੱਬ ਦੀ ਵਡਿਆਈ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਉਹਨਾਂ ਦੀ ਇਸਲਾਮੀ ਪ੍ਰਚਾਰ ਵਿੱਚ ਲੋਕਾਂ ਨੂੰ ਪਿਆਰੀ ਬਾਣੀ ਬਾਧਕ ਪ੍ਰਤੀਤ ਹੁੰਦੀ ਸੀ। ਵਾਸਤਵ ਵਿੱਚ ਉਹ ਲੋਕ ਨਹੀਂ ਚਾਹੁੰਦੇ ਸਨ ਕਿ ਜਨ ਸਾਧਾਰਨ ਦੀ ਭਾਸ਼ਾ ਵਿੱਚ ਆਤਮਿਕ ਗਿਆਨ ਵੰਡਿਆ ਜਾਵੇ, ਕਿਉਂਕਿ ਉਹਨਾਂ ਦੀ ਤਥਾਕਥਿਤ ਪੀਰੀ ਫਕੀਰੀ ਦੀ ਦੁਕਾਨ ਦੀ ਪੋਲ ਖੁੱਲ ਰਹੀ ਸੀ, ਕਿਉਂਕਿ ਉਹਨਾਂ ਨੇ ਇੱਕ ਦੁਕਾਨਦਾਰੀ ਚਲਾ ਰਹੇ ਸਨ ਜਾਂ ਇਹ ਕਹਿ ਦੇं ਕਿ ਲੋਕਾਂ ਨੂੰ ਠੱਗ ਰਹੇ ਸਨ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸੰਸਾਰ ਉਤੇ ਚਾਨਣ ਪਾਣੇ ਵਾਸਤੇ ਆਈ ਹੈ ਤੇ ਚਾਨਣ ਪਾ ਰਹੀ ਸੀ ਤੇ ਇਹਨਾਂ ਦਾ ਨੁਕਸਾਨ ਹੋ ਰਿਹਾ ਸੀ।
ਇਹਨਾਂ ਦੀ ਫਕੀਰੀ ਦੀ ਜਿਹੜੀ ਪੋਲ ਹੈ ਉਹ ਖੁੱਲ ਰਹੀ ਸੀ। ਦੁਸ਼ਟ ਲੋਕ ਆਪਣੇ ਛੰਡਯੰਤਰ ਵਿੱਚ ਸਫਲ ਨਹੀਂ ਹੋਏ। ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਪਰ ਸਫਲ ਨਹੀਂ ਹੋ ਸਕੇ। ਉਂਝੇ ਆਪਣੇ ਵੱਲੋਂ ਉਹਨਾਂ ਨੇ ਕੋਈ ਕੋਰ ਕਸਰ ਨਹੀਂ ਛੱਡੀ ਸੀ। ਇਸ ਲਈ ਕਿਸੇ ਨਵੇਂ ਕਾਂਡ ਵੱਲੋਂ ਪਹਿਲਾਂ ਕੋਈ ਨਵਾਂ ਕਾਂਡ ਨਾ ਵਰਤਿਆ ਜਾਵੇ। ਪਹਿਲਾਂ ਹੀ ਆਜ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਸਥਾਨ ਉੱਤੇ ਅਪੜਿਆ ਦੇਣਾ ਜ਼ਰੂਰੀ ਸੀ। ਦੂਸਰੀ ਤਰਫ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਨ ਜੁੰਡਲੀ ਦੇ ਲੋਕਾਂ ਵੱਲੋਂ ਸਹਿਮਤ ਨਹੀਂ ਰੱਖਦਾ ਸੀ। ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਹੱਥਾਂ ਵੱਲੋਂ ਕੋਈ ਭਿਆਨਕ ਭੁੱਲ ਦਾ ਕਾਰਜ ਹੋਵੇ। ਉਹ ਬਹੁਤ ਕਠਿਨਾਈ ਵਿੱਚ ਸੀ, ਕਿਉਂਕਿ ਇੱਕ ਤਰਫ ਬਾਦਸ਼ਾਹ ਦੇ ਪੀਰ ਮੁਰਸ਼ਦ ਦਾ ਆਦੇਸ਼ ਸੀ, ਜਿਸ ਦੀ ਹਾਲਤ ਉਸ ਸਮੇਂ ਕਿਸੇ ਬੇਤਾਜ ਬਾਦਸ਼ਾਹ ਵੱਲੋਂ ਘੱਟ ਨਹੀਂ ਸੀ, ਅਤੇ ਉਸ ਤੋਂ ਅਣਬਣ ਕਰਨ ਦਾ ਸਦਾ ਮਤਲਬ ਗਵਰਨੀ ਨੂੰ ਖੋਣਾ ਸੀ। ਮੁਰਤਜ਼ਾ ਖਾਂ ਹੁਣੇ ਇਸ ਦੁਵਿਧਾ ਵਿੱਚ ਸੀ ਕਿ ਉਸ ਦੀ ਸਮੱਸਿਆ ਦੀਵਾਨ ਚੰਦੂ ਲਾਲ ਨੇ ਹੱਲ ਕਰ ਦਿੱਤੀ। ਚੰਦੂ ਨੇ ਕਿਹਾ ਕਿ ਗੁਰੂ ਜੀ ਨੂੰ ਮੇਰੇ ਹਵਾਲੇ ਕਰ ਦਿਓ, ਮੈਨੂੰ ਉਸ ਤੋਂ ਆਪਣਾ ਪੁਰਾਣਾ ਹਿਸਾਬ ਚੁੱਕਦਾ ਕਰਨਾ ਹੈ, ਕਿਉਂਕਿ ਉਸਨੇ ਕੁਝ ਲੋਕਾਂ ਦੇ ਕਹਿਣ ਵਿੱਚ ਆ ਕੇ ਮੇਰੀ ਕੁੜੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਲਈ ਪ੍ਰਵਾਨਗੀ ਕੀਤਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਪੁੱਤਰ ਸਾਹਿਬਜ਼ਾਦਾ ਗੁਰੂ ਸ਼ਬਦ ਇੱਥੇ ਅਸੀਂ ਵਰਤਾਂਗੇ, ਕਿਉਂਕਿ ਸਾਡਾ ਗੁਰੂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵਾਸਤੇ। ਕਿਉਂਕਿ ਉਸ ਟਾਈਮ ਇੱਕ ਰਿਵਾਜ ਸੀ, ਜਦੋਂ ਕਿਸੇ ਦਾ ਰਿਸ਼ਤਾ ਕਰਵਾਉਣਾ ਸੀ ਤੇ ਪੁਰੋਹਿਤ ਨੂੰ ਭੇਜਦੇ ਸਨ। ਚੰਦੂ ਲਾਲ ਨੇ ਵੀ ਉਵੇਂ ਕੀਤਾ ਤੇ ਪੁਰੋਹਿਤਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਜੀ ਦੀ ਦਰਬਾਰ ਦੀ ਮਹਿਮਾ ਸੁਣੀ ਸੀ ਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਸਮਾਂ ਪਾ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਠੀਕ ਹੈ। ਜਦੋਂ ਇਹ ਗੱਲ ਚੰਦੂ ਲਾਲ ਨੂੰ ਦੱਸੀ ਗਈ, ਦਿੱਲੀ ਜਾ ਕੇ ਚੰਦੂ ਲਾਲ ਪ੍ਰਸੰਨ ਤੇ ਹੋਏ, ਪਰ ਉਹ ਘਮੰਡੀ ਸਨ, ਅਹੰਕਾਰੀ ਸਨ। ਤੇ ਉਸ ਟਾਈਮ ਪੰਜਾਬ ਦੀ ਇੱਕ ਪੁਰਾਣੀ ਰਵਾਇਤ ਹੁੰਦੀ ਸੀ ਕਿ ਜਦੋਂ ਇਸ ਤਰ੍ਹਾਂ ਰਿਸ਼ਤਾ ਹੁੰਦਾ ਸੀ ਤੇ ਫਿਰ ਰਾਤੀ ਸਾਰੇ ਬੈਠ ਕੇ ਹੱਸੀ ਮਜ਼ਾਕ ਕਰਦੇ ਸਨ। ਬਹੁਤ ਲੋਕਾਂ ਨੂੰ ਬੁਲਾਇਆ ਗਿਆ, ਜਿਹਦੇ ਵਿੱਚ ਸੰਗਤ ਵੀ ਸੀ, ਗੁਰੂ ਘਰ ਦੇ ਸਿੱਖ ਵੀ ਸਨ, ਤੇ ਉੱਥੇ ਹੱਸੀ ਮਜ਼ਾਕ ਕਰਦੇ ਹੋਏ ਕਿਹਾ ਕਿ ਇਹ ਪੁਰੋਹਿਤ ਵੀ ਕਮਾਲ ਹਨ, ਚੁਬਾਰੇ ਦੀ ਇੱਟ ਮੋਰੀ ਨੂੰ ਲਗਾ ਦਿੱਤੀ ਹੈ। ਚੰਦੂ ਨੇ ਪਹਿਲੇ ਵੀ ਕਿਹਾ ਸੀ, ਕਿੱਥੇ ਸਾਡਾ ਰਈਸਾਂ ਦਾ ਖਾਨਦਾਨ ਤੇ ਕਿੱਥੇ ਇਹ ਫਕੀਰਾਂ ਦਾ ਘਰ। ਚਲੋ ਕੋਈ ਨਹੀਂ। ਚੰਦੂ ਨੇ ਇਹ ਵੀ ਕਿਹਾ ਸੀ ਕਿ ਸਾਡੀ 30 ਸਿੱਖਾਂ ਦੀ ਮਾਂ ਕਹਿਲਾਏਗੀ, ਤੇ ਇੱਥੇ ਮਜ਼ਾਕ ਵੀ ਉਡਾਇਆ ਕਿ ਚੁਬਾਰੇ ਦੀ ਇੱਟ ਤੋਂ ਮੋਰੀ ਨੂੰ ਲਾਏ ਹਨ। ਗੁਰੂ ਘਰ ਨੂੰ ਮੋਰੀ ਕਿਹਾ ਸੀ। ਇਸ ਵਾਸਤੇ ਉਹ ਰਿਸ਼ਤਾ ਸੰਗਤ ਨੇ ਚਿੱਠੀ ਭੇਜੀ ਦਿੱਲੀ ਤੋਂ ਕਿ ਚੰਦੂ ਦੇ ਘਰ ਦਾ ਰਿਸ਼ਤਾ ਮਨਜ਼ੂਰ ਨਹੀਂ ਕਰਨਾ ਹੈ, ਨਹੀਂ ਲੈਣਾ ਹੈ, ਤੇ ਗੁਰੂ ਮਹਾਰਾਜ ਜੀ ਨੇ ਮਨਾ ਕੀਤਾ ਸੀ ਸੰਗਤ ਦੇ ਕਹਿਣੇ ਤੇ। ਇਹ ਸੰਗਤ ਦੀ ਵਡਿਆਈ ਹੈ। ਹੁਣ ਮੈਂ ਦਬਾਅ ਪਾ ਕੇ ਚੰਦੂ ਕਹਿ ਰਿਹਾ ਰਿਸ਼ਤੇ ਨੂੰ ਫੇਰ ਸਵੀਕਾਰ ਕਰ ਲੈਣ ਉੱਤੇ ਮਜਬੂਰ ਕਰ ਦੇਵਾਂਗਾ, ਅਤੇ ਦੰਡ ਦੀ ਰਾਸ਼ੀ ਖਜ਼ਾਨੇ ਵਿੱਚ ਇਹ ਜਾਣ ਕੇ ਜਮ੍ਹਾਂ ਕਰਵਾ ਦੇਵਾਂਗਾ ਕਿ ਕੁੜੀ ਨੂੰ ਦਹੇਜ ਦਿੱਤਾ ਹੈ। ਮੁਰਤਜ਼ਾ ਖਾਨ ਇਸ ਪ੍ਰਸਤਾਵ ਉੱਤੇ ਤੁਰੰਤ ਸਹਿਮਤ ਹੋ ਗਿਆ ਅਤੇ ਉਸਨੇ ਗੁਰੂ ਜੀ ਨੂੰ ਚੰਦੂ ਲਾਲ ਦੇ ਹਵਾਲੇ ਕਰ ਦਿੱਤਾ। ਤੇ ਉੱਥੋਂ ਚੰਦੂ ਦੇ ਮਨ ਵਿੱਚ ਵਿਚਾਰ ਚੱਲ ਰਹੀ ਸੀ ਕਿ ਇਹ ਕੋਈ ਖਾਸ ਗੱਲ ਨਹੀਂ। ਪ੍ਰਸ਼ਾਸਨ ਦੇ ਡਰ ਵੱਲੋਂ ਗੁਰੂ ਅਰਜਨ ਦੇਵ ਜੀ ਉਸ ਦੀ ਕੁੜੀ ਦਾ ਰਿਸ਼ਤਾ ਸਵੀਕਾਰ ਕਰ ਲੈਣਗੇ ਅਤੇ ਉਸ ਦੀ ਵਿਅਕਤੀਗਤ ਸਫਲਤਾ ਵੀ ਇਸ ਵਿੱਚ ਹੈ ਕਿ ਉਹ ਪ੍ਰੀਖਿਆ ਦੇ ਸਮੇਂ ਮੁਰਤਜ਼ਾ ਖਾਨ ਦੇ ਕੰਮ ਆਵੇ
ਉਹਦੇ ਕੰਮ ਵੀ ਆਇਆ ਹੈ। ਅਜਿਹਾ ਕਰਨ ਵੱਲ ਉਸ ਦਾ ਆਪਣਾ ਵੀ ਗੌਰਵ ਵਧੇਗਾ ਅਤੇ ਹੋਰ ਜ਼ਿਆਦਾ ਵੱਡੀ ਪਦਵੀ ਪ੍ਰਾਪਤ ਹੋਵੇਗੀ। ਇਸ ਤਰ੍ਹਾਂ ਉਹ ਗੁਰੂ ਜੀ ਨੂੰ ਆਪਣੀ ਹਵੇਲੀ ਲੈ ਆਇਆ ਅਤੇ ਕਈ ਢੰਗ ਵਿਧਾਨਾਂ ਵੱਲੋਂ ਗੁਰੂ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕਰਨ ਲਗਾ ਤਾਂ ਕਿ ਰਿਸ਼ਤੇਦਾਰੀ ਕਾਇਮ ਕੀਤੀ ਜਾ ਸਕੇ। ਇਸ ਗੱਲ ਉੱਤੇ ਉਹ ਆਪਣੀ ਗੱਲ ਕਰਦਾ ਹੋਇਆ ਬੋਲਿਆ ਕਿ ਇਸ ਸਭ ਵਿੱਚ ਸਾਡੇ ਦੋਨਾਂ ਦਾ ਭਲਾ ਹੈ। ਤੁਹਾਨੂੰ ਪ੍ਰਸ਼ਾਸਨ ਦੇ ਕ੍ਰੋਧ ਵੱਲੋਂ ਮੁਕਤੀ ਮਿਲ ਹੋਵੇਗੀ ਅਤੇ ਮੇਰਾ ਬਰਾਦਰੀ ਵਿੱਚ ਸਵਾਭਿਮਾਨ ਰਹਿ ਜਾਵੇਗਾ ਅਤੇ ਪ੍ਰਸ਼ਾਸਨ ਵੱਲੋਂ ਵੀ ਪ੍ਰਸ਼ੰਸਾ ਪ੍ਰਾਪਤ ਹੋਵੇਗੀ। ਪਰ ਗੁਰੂ ਜੀ ਨੇ ਉਸਦੀ ਇੱਕ ਨਹੀਂ ਮੰਨੀ ਅਤੇ ਆਪਣੇ ਦ੍ਰਿੜ ਨਿਸ਼ਚਾ ਉੱਤੇ ਅਟਲ ਰਹੇ। ਗੁਰੂ ਜੀ ਉਸਦੇ ਘਰ ਦਾ ਅਨਾਜ ਪਾਣੀ ਵੀ ਸਵੀਕਾਰ ਨਹੀਂ ਕੀਤਾ, ਕੇਵਲ ਇੱਕ ਹੀ ਜਵਾਬ ਦਿੱਤਾ ਕਿ ਉਹਨਾਂ ਨੂੰ ਸੰਗਤ ਦਾ ਆਦੇਸ਼ ਹੈ ਕਿ ਉਸ ਦੀ ਪੁੱਤਰੀ ਦਾ ਘਰ ਰਿਸ਼ਤਾ ਸਵੀਕਾਰ ਨਹੀਂ ਕਰਨਾ ਹੈ, ਕਿਉਂਕਿ ਉਸ ਨੇ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਮੋਰੀ ਕਿਹਾ ਹੈ ਅਤੇ ਖੁਦ ਨੂੰ ਚੁਬਾਰਾ ਕਿਹਾ ਹੈ। ਗੁਰੂ ਜੀ ਨੇ ਚੰਦੂ ਲਾਲ ਨੂੰ ਕਿਹਾ ਕਿ ਤੁਹਾਡੀ ਧੀ ਸਾਡੀ ਧੀ ਹੈ, ਪਰ ਮੈਂ ਇਸ ਤੇ ਮਜਬੂਰ ਹਾਂ, ਕੁਛ ਨਹੀਂ ਕਰ ਸਕਦਾ ਕਿਉਂਕਿ ਸੰਗਤ ਦਾ ਹੁਕਮ ਹੈ। ਲੇਕਿਨ ਗੁਰੂ ਜੀ ਨੂੰ ਮਨਾਉਣ ਲਈ ਚੰਦੂ ਨੇ ਬਹੁਤ ਸਾਰੇ ਉਲਟੇ ਸਿੱਧੇ ਹਥਕੰਡੇ ਅਪਣਾਏ। ਅਖੀਰ ਵਿੱਚ ਉਹ ਤਰ੍ਹਾਂ ਵੱਲੋਂ ਧਮਕੀ ਦੇਣ ਲਗਾ, ਪਰ ਗੱਲ ਤਦ ਵੀ ਬਣਦੀ ਵਿਖਾਈ ਨਹੀਂ ਦਿੱਤੀ। ਉਸਨੇ ਤੰਗ ਆ ਕੇ ਸਖਤ ਗਰਮੀ ਦੇ ਦਿਨਾਂ ਵਿੱਚ ਗੁਰੂ ਜੀ ਨੂੰ ਭੁੱਖੇ ਪਿਆਸੇ ਹੀ ਆਪਣੀ ਹਵੇਲੀ ਦੀ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਪ੍ਰਾਤಃ ਕਾਲ ਜਦੋਂ ਸਰਕਾਰੀ ਕੋਤਵਾਲ ਚੰਦੂ ਦੇ ਕੋਲ ਹਾਲ ਜਾਣਨ ਲਈ ਆਇਆ ਤਾਂ ਚੰਦੂ ਨੇ ਇਹ ਕਹਿ ਕੇ ਗੁਰੂ ਜੀ ਨੂੰ ਉਸ ਦੇ ਹਵਾਲੇ ਕਰ ਦਿੱਤਾ ਕਿ ਗੁਰੂ ਜੀ ਨੇ ਮੇਰੀ ਸ਼ਰਤ ਨਹੀਂ ਮੰਨੀ। ਬਸ ਫਿਰ ਕੀ ਸੀ, ਸਰਕਾਰੀ ਦੁਸ਼ਟਾਂ ਨੇ ਨਿਰਧਾਰਤ ਛੜਯੰਤਰ ਦੇ ਅਨੁਸਾਰ ਕਾਰਜ ਕਰਨ ਦਾ ਮੌਕਾ ਪ੍ਰਾਪਤ ਹੋ ਗਿਆ। ਉਹਨਾਂ ਨੇ ਚੰਦੀ ਨੂੰ ਤੁਰੰਤ ਆਪਣੇ ਵਿਸ਼ਵਾਸ ਵਿੱਚ ਲਿਆ ਅਤੇ ਗੁਰੂ ਜੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਆ ਗਏ। ਤੇ ਇਸ ਤਰ੍ਹਾਂ ਸ਼ੇਖ ਅਹਿਮਦ ਸਰਹਿੰਦੀ ਨੇ ਪਰਦੇ ਦੀ ਓੜ ਵਿੱਚ ਰਹਿ ਕੇ ਸ਼ਾਹੀ ਕਾਜੀ ਵੱਲੋਂ ਗੁਰੂ ਜੀ ਦੇ ਨਾਮ ਫਤਵਾ ਜਾਰੀ ਕਰਵਾ ਦਿੱਤਾ। ਫਤਵੇ ਵਿੱਚ ਕਿਹਾ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਦੰਡ ਦੀ ਰਾਸ਼ੀ ਅਦਾ ਨਹੀਂ ਕਰ ਸਕੇ, ਉਹ ਇਸਲਾਮ ਕਬੂਲ ਕਰ ਲੈਣ, ਨਹੀਂ ਤਾਂ ਮੌਤ ਲਈ ਤਿਆਰ ਹੋ ਜਾਣ। ਗੁਰੂ ਜੀ ਨੇ ਜਵਾਬ ਦਿੱਤਾ, ਇਹ ਸਰੀਰ ਤਾਂ ਨਸ਼ਵਰ ਹੈ, ਇਸ ਦਾ ਮੋਹ ਕਿਉਂ, ਮੌਤ ਦਾ ਡਰ क्यों? कुदरत दा नियम अटल है, मरण लिखाए मंडल में आए, जो पैदा होया है उसका विनाश होना है, मरना जीना रब दे हथ विच है। इसलिए इस्लाम स्वीकार करन दा तां प्रश्न ही नहीं उठदा। तुसी जो अपनी मनमानी करनी है कर लो। बाकी दा इतिहास अगली शब्द विच अगली वीडियो विच आप जी नाल सांझ करांगे। आओ इत्थे शब्द की समाप्ति करते हाँ। विचारा करदे हाँ अनेक प्रकारां दी भुलां चुका जरूर हो गई होणगियां। बख्श लेना अपना एक अनजान जिहा बच्चा समझ के आओ सारे रसना पवित्र करो, कोई रसना वांझी ना रहे। शब्द की समाप्ति है। पर तच्छ हृदय गुरु अर्जन के हर पुराने ब्रह्म निवास लियो। पर तच्छ हृदय गुरु अर्जन के हर पुराने ब्रह्म निवास लियो। पर तच्छ हृदय, पर तच्छ हृदय,
पर तच्छि हृदय